ਹੈਲੋ एवरीवन, स्वागत है ਤੁਹਾਡਾ ਆਪਣੇ YouTube ਚੈਨਲ 3K ਲਰਨਿੰਗ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੇ ਟੌਪਿਕ ਨੰਬਰ ਫਸਟ, ਜਿਹੜਾ ਕਿ ਟੀਚਿੰਗ ਪੋਟੈਂਸ਼ੀਅਲ ਟੈਸਟ ਆਪਣੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਹੈ। ਬਾਕੀ ਦੇ ਜਿਹੜੇ ਟੌਪਿਕ ਸੀਗੇ ਉਹ ਆਪਾਂ ਕਵਰ ਕਰ ਚੁੱਕੇ ਹਾਂ। ਸਿਰਫ ਇੱਕ ਟੌਪਿਕ ਆਪਣਾ ਪੈਂਡਿੰਗ ਹੈ, ਦੈਟ ਇਜ਼ ਮੀਡੀਆ ਐਜੂਕੇਸ਼ਨਲ ਏਜੰਸੀ ਐਂਡ ਆਰਗੇਨਾਈਜੇਸ਼ਨ, ਜਿਹੜੀ ਕਿ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਵਾ ਦਿੱਤਾ ਜਾਏਗਾ। ਅਤੇ ਜਿਹੜਾ ਟੀਚਿੰਗ ਪ੍ਰੈਕਟਿਸ TPT ਦਾ ਵੀ ਜਿਹੜਾ ਸਿਲੇਬਸ ਹੈ ਉਹ ਕਵਰ ਹੋ ਜਾਏਗਾ। ਇਸ ਤੋਂ ਇਲਾਵਾ ਆਪਾਂ ਕਾफ़ी ज़्यादा ਸਿਲੇਬਸ ਜਿਹੜਾ ਕਵਰ ਕਰ ਚੁੱਕੇ ਹਾਂ। ਮੈਥਮੈਟਿਕਸ ਆਲਮੋਸਟ ਹੋ ਚੁੱਕਿਆ ਹੈ, SST ਕਰ ਚੁੱਕੇ ਹਾਂ, ਔਰ ਹਿੰਦੀ ਵੀ ਕਵਰ ਹੋ ਚੁੱਕਿਆ ਹੈ, ਔਰ GK ਵੀ ਆਪਾਂ ਕਵਰ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਰੀਜ਼ਨਿੰਗ ਦੀਆਂ ਕੁਝ ਵੀਡੀਓਜ਼ ਜਿਹੜੀਆਂ ਨੇ ਤੁਹਾਨੂੰ YouTube ਚੈਨਲ ਦੇ ਉੱਤੇ ਮਿਲ ਜਾਣਗੀਆਂ। ਤਾਂ ਕਾफ़ੀ ਜ਼ਿਆਦਾ ਸਿਲੇਬਸ ਆਪਾਂ ਕਵਰ ਕਰ ਚੁੱਕੇ ਹਾਂ। TPT ਦਾ ਸਿਲੇਬਸ ਪੈਂਡਿੰਗ ਸੀਗਾ, ਉਹਦੇ ਵਿੱਚੋਂ ਵੀ ਆਪਣਾ 2 ਟੌਪਿਕਸ ਨੇ। ਜਿਹੜਾ ਫਸਟ ਹੈ ਐਜੂਕੇਸ਼ਨ, ਦੈਨ ਨੈਕਸਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ। ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਐਜੂਕੇਸ਼ਨ ਟੌਪਿਕ ਨੂੰ, ਅਤੇ ਫਰਦਰ ਆਪਾਂ ਅੱਗੇ ਡਿਟੇਲ ਡਿਸਕਸ ਕਰਦੇ ਹਾਂ। ਬਟ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ। ਤਾਂ ਸ਼ੁਰੂ ਕਰਦੇ ਹਾਂ ਆਪਣੇ ਟੌਪਿਕ ਨੂੰ। ਸਭ ਤੋਂ ਪਹਿਲਾਂ ਡਿਫਾਈਨ ਐਜੂਕੇਸ਼ਨ। ਐਜੂਕੇਸ਼ਨ ਹੈ ਕੀ? ਐਜੂਕੇਸ਼ਨ ਇਜ਼ ਅ ਪ੍ਰੋਸੈਸ ਆਫ ਲਰਨਿੰਗ, acquiring knowledge, skill, values and attitude that help to the individual and society to the function and thrive। ਦੈਟ ਮੀਨਸ ਕੀ ਹੈ ਕਿ ਐਜੂਕੇਸ਼ਨ ਕੀ ਹੈ? ਇੱਕ ਪ੍ਰਕਿਰਿਆ ਹੈ ਸਿੱਖਣ ਦੀ, ਜਿਹਦੇ ਵਿੱਚ ਆਪਾਂ ਨੌਲੇਜ ਨੂੰ ਐਕਵਾਇਰ ਕਰਦੇ ਹਾਂ, ਸਕਿੱਲਸ ਨੂੰ ਐਕਵਾਇਰ ਕਰਦੇ ਹਾਂ, ਵੈਲਿਊਜ਼ ਐਕਵਾਇਰ ਕਰਦੇ ਹਾਂ, ਐਟੀਟਿਊਡਸ ਨੂੰ ਐਕਵਾਇਰ ਕਰਦੇ ਹਾਂ, ਜਿਹਦੇ ਨਾਲ ਕੀ ਹੈ ਆਪਣੇ ਹੈਲਪ ਹੁੰਦੀ ਹੈ ਇੰਡੀਵਿਜੂਅਲੀ ਅਤੇ ਸੁਸਾਇਟੀ। ਐਜੂਕੇਸ਼ਨ ਇੰਪੋਰਟੈਂਟ ਹੈ ਪਰਸਨਲ, ਸੋਸ਼ਲਿਕ, ਇਕੋਨਮਿਕ ਐਂਡ ਪੋਲੀਟੀਕਲ ਡਿਵੈਲਪਮੈਂਟ ਵਾਸਤੇ। ਅੱਗੇ ਦੇਖਦੇ ਹਾਂ ਐਜੂਕੇਸ਼ਨ ਦੀਆਂ ਇੰਪੋਰਟੈਂਸ ਕੀ ਨੇ ਸੁਸਾਇਟੀ ਦੇ ਵਿੱਚ। ਹੁਣ ਦੇਖੋ, ਇਹ ਆਪਣੀ ਕੀ ਕਰਦੀ ਹੈ? ਆਪਣੀ ਨੌਲੇਜ ਅਤੇ ਆਪਣੀ ਸਕਿੱਲਸ ਅਤੇ ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰਦੀ ਹੈ। ਇਟ ਇਫੈਕਟ ਦਾ ਚਾਂਸ ਆਫ ਇੰਪਲੋਇਮੈਂਟ ਐਂਡ ਇਨਕਮ। ਇਹ ਆਪਣੀ ਜਿਹੜੀ ਹੈ ਇਨਕਮ ਅਤੇ ਇੰਪਲੋਇਮੈਂਟ ਨੂੰ ਵਧਾਉਣ ਦੇ ਉੱਤੇ ਹੈਲਪ ਕਰਦੀ ਹੈ। ਇਟ ਹੈਲਪ ਅਸ ਅੰਡਰਸਟੈਂਡ ਦ ਵਰਲਡ ਇਨ ਡਿਸਕਾਈਫਰ ਐਂਡ ਵਟ ਇਜ਼ ਟਰੂ ਔਰ ਵਟ ਇਜ਼ ਨੋਟ। ਯਾਨੀ ਕਿ ਆਪਾਂ ਕੀ ਕਰ ਸਕਦੇ ਹਾਂ? ਵਿਦ ਦ ਹੈਲਪ ਆਫ ਐਜੂਕੇਸ਼ਨ ਆਪਾਂ ਇਹ ਵੇਖ ਸਕਦੇ ਹਾਂ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਗਲਤ ਹੈ। ਫਿਰ ਆਉਂਦਾ ਹੈ ਇਟ ਪ੍ਰਪੇਅਰ ਐਸ ਫॉर द ਸਿਟੀਜ਼ਨਸ਼ਿਪ ਐਂਡ ਪਾਰਟੀਸਪੇਸ਼ਨ ਇਨ ਦ ਪੋਲੀਟੀਕਲ, ਇਕਨੋਮਿਕਲ ਐਂਡ ਸੋਸ਼ਲ ਲਾਈਫ ਆਫ ਆਰ ਕਮਿਊਨਿਟੀ। ਕਹਿੰਦੇ ਵੀ ਇਹ ਸਾਨੂੰ ਕੀ ਕਰਦੀ ਹੈ? ਪ੍ਰਪੇਅਰ ਕਰਦੀ ਹੈ ਸਿਟੀਜ਼ਨਸ਼ਿਪਸ ਦੇ ਲਈ ਜਾਂ ਪਾਰਟੀਸਪੇਸ਼ਨ ਦੇ ਲਈ। ਆਪਾਂ ਆਪਦੀ ਕਮਿਊਨਿਟੀ ਦੇ ਵਿੱਚ ਪੋਲੀਟੀਕਲੀ ਕਿਵੇਂ ਪਾਰਟੀਸਪੇਟ ਕਰਨਾ ਹੈ, ਇਕਨੋਮਿਕਲੀ ਕਿਵੇਂ ਪਾਰਟੀਸਪੇਟ ਕਰਨਾ ਹੈ, ਤਾਂ ਸੋਸ਼ਲੀ ਕਿਵੇਂ ਕਰਨਾ ਹੈ। ਇਟ ਇਜ਼ ਅ ਸੋਰਸ ਆਫ ਗਰੋਥ। ਐਜੂਕੇਸ਼ਨ ਕੀ ਹੈ? ਸੋਰਸ ਹੈ ਗਰੋਥ ਦਾ, ਡਿਵੈਲਪਮੈਂਟ ਦਾ। ਇਹ ਸਾਡੇ ਜਿਹੜੀ ਹੈ ਨੌਲੇਜ ਨੂੰ ਸ਼ੇਪ ਦਿੰਦੀ ਹੈ, ਨਾਲ ਦੀ ਨਾਲ ਸਾਨੂੰ ਬੈਟਰ ਸੁਸਾਇਟੀ ਦੇ ਲਈ ਕੀ ਕਰਦੀ ਹੈ? ਤਿਆਰ ਕਰਦੀ ਹੈ। ਮੇਨ ਓਬਜੈਕਟਿਵ ਕੀ ਹੈ ਐਜੂਕੇਸ਼ਨ ਦੇ? ਦ ਮੇਨ ਓਬਜੈਕਟਿਵਸ ਆਫ ਐਜੂਕੇਸ਼ਨ ਨੌਲੇਜ ਐਕੁਜ਼ੀਸ਼ਨ, ਯਾਨੀ ਕਿ ਗਿਆਨ ਨੂੰ ਗ੍ਰਹਿਣ ਕਰਨਾ, ਸਾਡੀ ਸਕਿੱਲ ਦੀ ਡਿਵੈਲਪਮੈਂਟ ਕਰਨਾ, ਪਰਸਨਲ ਗਰੋਥ ਕਰਨਾ, ਸੋਸ਼ਲ ਡਿਵੈਲਪਮੈਂਟ ਕਰਨਾ, ਕ੍ਰਿਟੀਕਲ ਥਿੰਕਿੰਗ ਕਰਨਾ, ਪ੍ਰੋਬਲਮ ਸੋਲਵਿੰਗ ਕਰਨਾ, ਜਾਂ ਫਿਰ ਗਲੋਬਲ ਅਵੇਅਰਨੈਸ ਲੈ ਕੇ ਆਉਣੀ, ਸਿਟੀਜ਼ਨਸ਼ਿਪ ਐਂਡ ਐਜੂਕੇਸ਼ਨ ਨੂੰ ਉਹ ਪ੍ਰਮੋਟ ਕਰਨਾ, ਕਲਚਰ ਅੰਡਰਸਟੈਂਡਿੰਗ ਸਿੱਖਣੀ, ਅਤੇ ਲਾਈਫ ਲੌਂਗ ਲਰਨਿੰਗ ਜਿਹੜੀ ਹੈ ਉਹ ਐਜੂਕੇਸ਼ਨ ਦੇ ਮੇਨ ਆਬਜੈਕਟਸ ਨੇ। ਅੱਗੇ ਚਲਦੇ ਹਾਂ ਟਾਈਪ ਆਫ ਐਜੂਕੇਸ਼ਨ। ਐਜੂਕੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਪਹਿਲਾਂ ਆਉਂਦਾ ਹੈ ਫਾਰਮਲ। ਫਾਰਮਲ ਕੀ ਹੈ? ਜਿਹੜੀਆਂ ਆਪਾਂ ਰੈਗੂਲਰ ਕਲਾਸਿਸ ਸਕੂਲਸ ਦੇ ਵਿੱਚ ਲਗਾਉਂਦੇ ਹਾਂ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਫਾਰਮਲ ਐਜੂਕੇਸ਼ਨ ਕਹਿ ਦਿੰਦੇ ਹਾਂ। ਇਨਫਾਰਮਲ ਐਜੂਕੇਸ਼ਨ ਕੀ ਹੈ? ਜਿਵੇਂ ਕਿ ਬਿਨਾਂ ਬਰਡਨ ਤੋਂ ਸਿੱਖਣਾ, ਲਾਈਫ ਤੋਂ ਸਿੱਖਣਾ, ਹਰ ਇੱਕ ਪੁਆਇੰਟ 'ਤੇ ਸਿੱਖਣਾ, ਉਹਨੂੰ ਆਪਾਂ ਕੀ ਬੋਲਾਂਗੇ? ਇਨਫਾਰਮਲ ਕਹਾਂਗੇ। ਨੋਨ ਫਾਰਮਲ ਐਜੂਕੇਸ਼ਨ ਕਿਹੜੀ ਹੁੰਦੀ ਹੈ? ਇਹ ਓਪਨ ਸਕੂਲਸ ਹੁੰਦੇ ਨੇ, ਜਿਵੇਂ ਇਗਨੋ ਹੋ ਗਿਆ, NIOS ਹੋ ਗਿਆ। ਇੱਥੋਂ ਜਿਹੜੀ ਆਪਾਂ ਚੀਜ਼ਾਂ ਸਿੱਖਦੇ ਹਾਂ ਉਹਨੂੰ ਨੋਨ ਫਾਰਮਲ ਐਜੂਕੇਸ਼ਨ ਕਹਿੰਦੀ ਹੈ। ਅੱਗੇ ਚਲਦੇ ਹਾਂ ਬੈਨੀਫਿਟ ਆਫ ਐਜੂਕੇਸ਼ਨ। ਐਜੂਕੇਸ਼ਨ ਦਾ ਬੈਨੀਫਿਟ ਕੀ ਹੈ? ਇੰਪਰੂਵ ਕਗਨੇਟਿਵ ਐਬਿਲਿਟੀ। ਸਾਡੀ ਜਿਹੜੀ ਕਗਨੇਟਿਵ ਐਬਿਲਿਟੀਜ਼ ਨੇ, ਸਿਰਜਨਾਤਮਕ ਜਿਹੜੀ ਯੋਗਤਾ ਹੈ ਉਹਨੂੰ ਇੰਪਰੂਵ ਕਰਦਾ ਹੈ। ਬੈਟਰ ਜੋਬ ਓਪਰਚੁਨਿਟੀ, ਸਾਨੂੰ ਜੋਬ ਓਪਰਚੁਨਿਟੀਜ਼ ਕਾਫੀ ਮਿਲਦੀਆਂ ਨੇ। ਇਨਹਾਂਸ ਸੋਸ਼ਲ ਸਕਿੱਲਸ, ਸਾਡੀ ਸੋਸ਼ਲ ਸਕਿੱਲਸ ਨੂੰ ਇਨਹਾਂਸ ਕਰਦਾ ਹੈ। ਸਾਡੀ ਜਿਹੜੀ
ਏਅਰਿੰਗ ਪੋਟੈਂਸ਼ੀਅਲ ਹੈ ਸਾਡਾ, ਜਿਹੜਾ ਸੁਣਨ ਦੀ ਸ਼ਕਤੀ ਹੈ ਉਹਨੂੰ ਵਧਾਉਂਦੀ ਹੈ, ਸਾਡੀ ਹੈਲਥ ਆਊਟਕਮਸ ਨੂੰ ਇੰਪਰੂਵ ਕਰਦੇ ਹੈ, ਐਮਪਾਵਰਮੈਂਟ ਐਂਡ ਸੈਲਫ ਕੌਨਫੀਡੈਂਸ, ਸਾਡਾ ਸੈਲਫ ਕੌਨਫੀਡੈਂਸ ਸਵੈ ਵਿਸ਼ਵਾਸ ਵਧਾਉਂਦੀ ਹੈ, ਰਿਡਿਊਸ ਦਾ ਪਾਵਰਟੀ, ਗਰੀਬੀ ਖਤਮ ਹੁੰਦੀ ਹੈ ਸਿੱਖਿਆ ਦੇ ਨਾਲ, ਅਤੇ ਇਨਇਕੁਐਲਿਟੀ ਵੀ ਖਤਮ ਹੁੰਦੀ ਹੈ। ਫਿਰ ਸਾਡੇ ਵਿੱਚ ਕ੍ਰੀਏਟੀਵਿਟੀ ਆ ਜਾਂਦੀ ਹੈ, ਫਿਰ ਅਸੀਂ ਬੈਟਰ ਡਿਸੀਜਨ ਮੇਕਰ ਬਣ ਜਾਂਦੇ ਹਾਂ ਜੇਕਰ ਸਾਡੀ ਐਜੂਕੇਸ਼ਨ ਵਧੀਆ ਹੋਵੇ ਤਾਂ। ਦੂਸਰਾ ਪੋਜ਼ੀਟਿਵ ਇੰਪੈਕਟ ਪੈਂਦਾ ਹੈ ਸੁਸਾਇਟੀ 'ਤੇ ਅਤੇ ਇਕੋਨਮੀ 'ਤੇ। ਫਿਰ ਆਉਂਦਾ ਹੈ ਲੈਵਲ ਆਫ ਐਜੂਕੇਸ਼ਨ। ਲੈਵਲ ਆਫ ਐਜੂਕੇਸ਼ਨ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਆਪਣੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਹੁੰਦੀ ਹੈ, ਫਿਰ ਅਸੀਂ ਪ੍ਰਾਇਮਰੀ ਐਜੂਕੇਸ਼ਨ ਯਾਨੀ ਕਿ 1 ਤੋਂ ਲੈ ਕੇ 5ਵੀਂ ਕਲਾਸ ਤੱਕ, ਦੈਨ ਫਿਰ ਆਪਣੇ ਕੋਲ ਸੈਕੰਡਰੀ ਆਉਂਦੀ ਹੈ, ਦੈਨ ਟੈਰੀਟਰੀ ਐਜੂਕੇਸ਼ਨ ਯਾਨੀ ਕਿ ਹਾਇਰ ਐਜੂਕੇਸ਼ਨ ਆ ਗਈ, ਅਤੇ ਉਸ ਤੋਂ ਬਾਅਦ ਨੈਕਸਟ ਹੈਗਾ ਵੋਕੇਸ਼ਨਲ ਅਤੇ ਟੈਕਨੀਕਲ ਐਜੂਕੇਸ਼ਨ, ਦੈਨ ਅਡਲਟ ਐਜੂਕੇਸ਼ਨ, ਅਤੇ ਫਿਰ ਲਾਸਟ ਆ ਜਾਂਦੀ ਹੈ ਸਪੈਸ਼ਲ ਐਜੂਕੇਸ਼ਨ। ਇਹ ਕੀ ਨੇ? ਲੈਵਲ ਆਫ ਐਜੂਕੇਸ਼ਨਸ ਨੇ। ਅੱਗੇ ਚੱਲਦੇ ਹਾਂ ਕੁਐਸਚਨਸ 'ਤੇ। ਆਪਣੀ ਥਿਊਰੀ ਇੰਨਾ ਕੁ ਹੀ ਪਾਰਟ ਸੀਗਾ, ਆਪਾਂ ਹੁਣ ਇਸ ਤੋਂ ਬਾਅਦ ਕੁਐਸਚਨ ਡਿਸਕਸ ਕਰਾਂਗੇ 20 ਕੁਐਸਚਨਸ। ਇਹਦੇ ਵਿੱਚ ਫਸਟ ਕੁਐਸਚਨ ਹੈ, ਵਟ ਇਜ਼ ਦਾ ਪ੍ਰਾਇਮਰੀ ਗੋਲ ਆਫ ਐਜੂਕੇਸ਼ਨ? ਕਿਹੜਾ ਪ੍ਰਾਇਮਰੀ ਗੋਲ ਹੈ ਐਜੂਕੇਸ਼ਨ ਦਾ? ਐਕਵਾਇਰਿੰਗ ਵੈਲਥ ਯਾਨੀ ਕਿ ਦੌਲਤ ਹਾਸਲ ਕਰਨਾ, ਜਾਂ ਫਿਰ ਆਦੀ ਪਰਸਨੈਲਿਟੀ ਡਿਵੈਲਪਮੈਂਟ ਕਰਨਾ, ਪਰਸਨਲ ਡਿਵੈਲਪਮੈਂਟ ਕਰਨਾ, ਜਾਂ ਐਂਟਰਟੇਨਮੈਂਟ ਕਰਨਾ, ਜਾਂ ਫਿਰ ਸੋਸ਼ਲਾਈਜੇਸ਼ਨ ਕਰਨਾ ਪੀਅਰਸ ਦੇ ਨਾਲ। ਤਾਂ ਐਜੂਕੇਸ਼ਨ ਦਾ ਪ੍ਰਾਇਮਰੀ ਯਾਨੀ ਕਿ ਜਿਹੜਾ ਪਹਿਲਾ ਪ੍ਰਥਮ ਪ੍ਰਮੁੱਖ ਗੋਲ ਹੈ ਉਹ ਕੀ ਹੈ? ਸਾਡੀ ਆਪ ਦਾ ਵਿਕਾਸ ਕਰਨਾ, ਪਰਸਨੈਲਿਟੀ ਡਿਵੈਲਪ ਕਰਨਾ। ਅੱਗੇ ਚਲਦੇ ਹਾਂ, ਵਟ ਟਾਈਪ ਆਫ ਐਜੂਕੇਸ਼ਨ ਟੇਕ ਪਲੇਸ ਆਊਟਸਾਈਡ ਫਾਰਮਲ ਇੰਸਟੀਟਿਊਸ਼ਨ ਲਾਈਕ ਸਕੂਲ? ਕਹਿੰਦੇ ਕਿਹੜੀ ਐਜੂਕੇਸ਼ਨ ਹੈ ਜਿਹੜੀ ਆਊਟਸਾਈਡ ਹੁੰਦੀ ਹੈ, ਸਕੂਲਾਂ ਤੋਂ ਬਾਹਰ ਜਿਹੜੀ ਹੈ, ਸਕੂਲਾਂ ਵਰਗੀ ਚੀਜ਼ ਹੋ ਗਈ, ਯਾਨੀ ਕਿ ਕਹਿੰਦੇ ਵੀ ਸਕੂਲਾਂ ਵਰਗੀ ਹੀ ਜਿਹੜੀ ਫਾਰਮਲ ਐਜੂਕੇਸ਼ਨ ਮਿਲਦੀ ਹੈ ਉਹ ਕਿਹੜੀ ਹੋਏਗੀ? ਪ੍ਰਾਇਮਰੀ ਐਜੂਕੇਸ਼ਨ ਹੋਏਗੀ, ਸੈਕੰਡਰੀ ਐਜੂਕੇਸ਼ਨ ਹੋਏਗੀ, ਇਨਫਾਰਮਲ ਹੋਏਗੀ, ਜਾਂ ਫਿਰ ਜਿਹੜੀ ਹੈ ਟਰੀਟਰੀ ਐਜੂਕੇਸ਼ਨ ਹੋਏਗੀ। ਅਤੇ ਇਹਦੇ ਵਿੱਚ ਕੀ ਆਏਗਾ? ਇਹਦਾ ਉੱਤਰ ਆਏਗਾ ਆਪਣੇ ਕੋਲ ਇਨਫਾਰਮਲ ਐਜੂਕੇਸ਼ਨ, ਗੈਰ ਰਸਮੀ ਐਜੂਕੇਸ਼ਨ। ਉਹ ਕਹਿੰਦੇ ਹੈ ਕਿ ਇੱਕ ਇਹੋ ਜਿਹੀ ਐਜੂਕੇਸ਼ਨ ਜਿਹੜੀ ਕੀ ਹੁੰਦੀ ਹੈ ਮਤਲਬ ਜਿਹੜੀਆਂ ਸਕੂਲ ਵਰਗੀਆਂ ਰਸਮੀ ਸੰਸਥਾਵਾਂ ਤੋਂ ਬਾਹਰ ਮਿਲਦੀਆਂ ਹਨ, ਯਾਨੀ ਕਿ ਸਕੂਲ 'ਚ ਨਹੀਂ, ਸਕੂਲ ਵਰਗੀਆਂ ਸੰਸਥਾਵਾਂ ਤੋਂ ਬਾਹਰ ਮਿਲਦੀ ਹੈ, ਤਾਂ ਉਹ ਕੀ ਆਏਗਾ? ਇਨਫਾਰਮਲ ਹੋਏਗਾ, ਯਾਨੀ ਕਿ ਗੈਰ ਰਸਮੀ ਹੋਏਗਾ। ਅੱਗੇ ਗੱਲ ਕਰਦੇ ਹਾਂ, ਅਰਲੀ ਚਾਈਲਡਹੁੱਡ ਐਜੂਕੇਸ਼ਨ ਇਜ਼ ਮੋਰ ਬੈਨੀਫਿਸ਼ੀਅਲ ਫॉर ਵਿਚ ਆਸਪੈਕਟ ਆਫ ਦਾ ਡਿਵੈਲਪਮੈਂਟ? ਕਹਿੰਦੇ ਅਰਲੀ ਚਾਈਲਡਹੁੱਡ ਦੀ ਜਿਹੜੀ ਐਜੂਕੇਸ਼ਨ ਹੈ ਉਹ ਕਿਸ ਆਸਪੈਕਟ ਨੂੰ ਡਿਵੈਲਪ ਕਰਦੀ ਹੈ? ਇਮੋਸ਼ਨਲੀ, ਫਿਜ਼ੀਕਲੀ, ਕੇਅਰਿੰਗ ਰੈਡੀਨੈਸ, ਜਾਂ ਫਿਰ ਰਿਟਾਇਰਮੈਂਟ ਪਲੈਨਿੰਗ। ਤਾਂ ਇਹਦਾ ਉੱਤਰ ਕੀ ਆਏਗਾ? ਇਮੋਸ਼ਨਲ ਗਰੋਥ ਹੁੰਦੀ ਹੈ ਜਦੋਂ ਆਪਾਂ ਅਰਲੀ ਚਾਈਲਡਹੁੱਡ ਦੇ ਵਿੱਚ ਬੱਚੇ ਦੀ ਸਿੱਖਿਆ ਦਾ ਵਿਕਾਸ ਕਰਦੇ ਹਾਂ, ਬੱਚਾ ਆਪਦੇ ਇਮੋਸ਼ਨਸ ਨੂੰ ਸੰਭਾਲਣਾ ਸਿੱਖਦਾ ਹੈ। ਨੈਕਸਟ ਆਉਂਦਾ ਹੈ ਲਾਈਫ ਲੌਂਗ ਲਰਨਿੰਗ ਰੈਫਰਸ ਟੂ। ਲਾਈਫ ਲੌਂਗ ਲਰਨਿੰਗ ਦਾ ਤੋਂ ਮਤਲਬ ਕੀ ਹੈ? ਯਾਨੀ ਕਿ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਦਾ ਕੀ ਭਾਵ ਹੈ? ਕੰਟੀਨਿਊਸ ਲਰਨਿੰਗ ਥਰੂ ਆਊਟ ਵਨਸ ਲਾਈਫ, ਯਾਨੀ ਕਿ ਪੂਰੀ ਜੀਵਨ ਭਰ ਸਿੱਖਣਾ। ਫਿਰ ਕਹਿੰਦਾ ਲਰਨਿੰਗ ਓਨਲੀ ਅਡਲਟਹੁੱਡ ਤੱਕ ਨਹੀਂ ਹੋਏਗਾ, ਤਾਂ ਅੱਗੇ ਆਏਗਾ ਲਿਮਿਟਿਡ ਪੀਰੀਅਡ ਵੀ ਨਹੀਂ ਹੋਏਗਾ, ਅਤੇ ਫਾਰਮਲ ਐਜੂਕੇਸ਼ਨ ਵੀ ਨਹੀਂ ਹੋਏਗਾ। ਤਾਂ ਉੱਤਰ ਕੀ ਆਏਗਾ? ਆਪਸ਼ਨ ਨੰਬਰ ਏ, ਕਿ ਪੂਰਾ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਨੂੰ ਆਪਾਂ ਕੀ ਬੋਲਦੇ ਹਾਂ? ਲੌਂਗ ਲਾਈਫ ਜਾਂ ਲਾਈਫ ਲੌਂਗ ਲਰਨਿੰਗ ਕਹਿ ਦਿੰਦੇ ਹਾਂ। ਨੈਕਸਟ ਚੱਲਦਾ ਹੈ ਹਾਂ ਕੁਐਸਚਨ ਨੰਬਰ 5 'ਤੇ, ਵਟ ਇਜ਼ ਦਾ ਰੋਲ ਆਫ ਟੀਚਰ ਇਨ ਐਜੂਕੇਸ਼ਨ? ਐਜੂਕੇਸ਼ਨ ਦੇ ਵਿੱਚ ਟੀਚਰ ਦਾ ਕੀ ਰੋਲ ਹੈ? ਪ੍ਰੋਵਾਈਡ ਐਂਟਰਟੇਨਮੈਂਟ ਟੂ ਸਟੂਡੈਂਟ, ਬੱਚਿਆਂ ਨੂੰ ਐਂਟਰਟੇਨ ਕਰਨਾ, ਫੈਸਿਲੀਟੇਟ ਕਰਨਾ ਲਰਨਿੰਗ ਪ੍ਰੋਸੈਸ ਨੂੰ, ਜਾਂ ਫਿਰ ਕੰਟਰੋਲ ਸਟੂਡੈਂਟ ਲਾਈਫ ਆਊਟਸਾਈਡ ਟੂ ਦਾ ਸਕੂਲ, ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਬਾਹਰੋਂ ਕੰਟਰੋਲ ਕਰਨਾ। ਫਿਰ ਉਸ ਤੋਂ ਬਾਅਦ ਪ੍ਰਮੋਟ ਅਨਹੈਲਥੀ ਕੰਪੀਟੀਸ਼ਨ ਅਮੰਗ ਦਾ ਸਟੂਡੈਂਟ, ਬੱਚਿਆਂ ਦੇ ਵਿੱਚ ਅਨਹੈਲਦੀ ਜਿਹੜਾ ਕੰਪੀਟੀਸ਼ਨ ਹੈ ਉਹਨੂੰ ਉਜਾਗਰ ਕਰਨਾ। ਟੀਚਰ ਦਾ ਕੰਮ ਕੀ ਹੈ? ਫੈਸਿਲੀਟੇਟ ਕਰਨਾ ਹੈ ਲਰਨਿੰਗ ਪ੍ਰੋਸੈਸ ਨੂੰ, ਠੀਕ ਹੈ। ਇਨਕਲੂਸਿਵ ਐਜੂਕੇਸ਼ਨ ਕੀ ਹੁੰਦਾ ਹੈ? ਸੰਮਿਲਿਤ ਸਿੱਖਿਆ ਹੁੰਦੀ ਹੈ ਕਿ ਹਰ ਇੱਕ ਪ੍ਰਕਾਰ ਦੇ ਬੱਚੇ ਨੂੰ ਇੱਕੋ ਹੀ ਕਲਾਸ ਦੇ ਵਿੱਚ ਬਿਠਾ ਕੇ ਪੜ੍ਹਾਉਣਾ, ਉਹਨੂੰ ਆਪਾਂ ਇਨਕਲੂਸਿਵ ਐਜੂਕੇਸ਼ਨ ਕਹਿੰਦੇ ਹਾਂ। ਇਨਕਲੂਸਿਵ ਐਜੂਕੇਸ਼ਨ ਦਾ ਮਤਲਬ ਕੀ ਹੈ? ਕਹਿੰਦੇ ਵੀ ਐਕਸਕਲੂਡ ਸਟੂਡੈਂਟ ਵਿਦ ਡਿਸੇਬਿਲਿਟੀ, ਜਿਹੜਾ ਡਿਸੇਬਿਲਿਟੀ ਵਾਲਾ ਸਟੂਡੈਂਟ ਉਹਨੂੰ ਬਾਹਰ ਕੱਢ ਦਿਓ। ਤਾਂ ਆਪਾਂ ਉਹਨੇ ਪੜ੍ਹਿਆ ਸੰਮਿਲਿਤ ਸਿੱਖਿਆ ਦਾ ਮਤਲਬ ਹੈ ਕਿ ਵੀ ਉਹਨਾਂ ਨੂੰ ਵੀ ਐਂਟਰ ਕਰਵਾਉਣਾ ਹੈ। ਕਹਿੰਦੇ ਪ੍ਰੋਵਾਈਡ ਸੈਪਰੇਟ ਕਲਾਸਰੂਮ, ਸੈਪਰੇਟ ਕਲਾਸਰੂਮ ਦਾ ਮਤਲਬ ਤਾਂ ਅਲੱਗ-ਅਲੱਗ ਕਰਨਾ ਹੋ ਗਿਆ ਨਾ, ਬਟ
ਇਨਕਲੂਸਿਵ ਦਾ ਕੰਮ ਕੀ ਹੈ, ਇਕੱਠਾ ਕਰਨਾ ਯਾਨੀ ਕਿ ਜੋੜਨਾ। ਤਾਂ ਇੱਥੇ ਕੀ ਆਏਗਾ, ਅਕਮੋਡੇਟ ਸਟੂਡੈਂਟ ਵਿਦ ਡਾਇਵਰਸ ਐਬਿਲਿਟੀ ਮੇਨ ਸਟਰੀਮ ਕਲਾਸਰੂਮ, ਕਹਿੰਦੇ ਮੁੱਖ ਧਾਰਾ ਦੇ ਕਲਾਸਰੂਮ ਵਿੱਚ ਵਿਭਿੰਨ ਯੋਗਤਾ ਵਾਲੇ ਵਿਦਿਆਰਥੀਆਂ ਨੂੰ ਸ਼ਾਮਿਲ ਕਰੋ। ਜਾਂ ਫਿਰ ਰਿਸਟ੍ਰਿਕਟ ਐਕਸ਼ਨ ਟੂ ਦਾ ਐਜੂਕੇਸ਼ਨ ਬੇਸਡ ਔਨ ਦਾ ਸੋਸ਼ਲ-ਇਕਨੋਮਿਕ ਸਟੇਟਸ, ਕਹਿੰਦੇ ਜਿਹੜਾ ਸਮਾਜਿਕ ਆਰਥਿਕ ਸਥਿਤੀ ਦੇ ਆਧਾਰ 'ਤੇ ਸਿੱਖਿਆ ਨੂੰ ਪਹੁੰਚਾਉਣ ਨੂੰ ਸੀਮਿਤ ਕਰੋ। ਤਾਂ ਆਪਾਂ ਰਿਸਟ੍ਰਿਕਟ ਵੀ ਨਹੀਂ ਕਰਨਾ, ਸੈਪਰੇਟ ਕਲਾਸਰੂਮ ਵੀ ਨਹੀਂ ਦੇਣੇ। ਤਾਂ ਆਪਸ਼ਨ ਨੰਬਰ ਸੀ ਕੀ ਆਏਗੀ, ਸੀ ਆਏਗੀ ਕਿ ਮੁੱਖ ਧਾਰਾ ਦੇ ਕਲਾਸਰੂਮ ਵਿੱਚ ਵਿਭਿੰਨ ਯੋਗਤਾ ਵਾਲੇ ਬੱਚਿਆਂ ਨੂੰ ਇੱਕੋ ਹੀ ਜਮਾਤ ਦੇ ਵਿੱਚ ਕੀ ਕਰਨਾ, ਸ਼ਾਮਿਲ ਕਰਨਾ। ਨੈਕਸਟ ਆਏਗਾ ਕੁਐਸਚਨ ਨੰਬਰ 7, ਦ ਯੂਜ਼ ਆਫ ਟੈਕਨੋਲੋਜੀ ਇਨ ਐਜੂਕੇਸ਼ਨ ਕੈਨ, ਕਹਿੰਦੇ ਯੂਜ਼ ਆਫ ਟੈਕਨੋਲੋਜੀ ਦਾ ਮਤਲਬ ਕੀ ਹੈ ਐਜੂਕੇਸ਼ਨ ਦੇ ਵਿੱਚ। ਇਹ ਮਤਲਬ ਇਹ ਕੀ ਕਰ ਸਕਦੀ ਹੈ, ਕਹਿੰਦੇ ਲਿਮਿਟ ਐਕਸੈਸ ਆਫ ਦਾ ਇਨਫੋਰਮੇਸ਼ਨ, ਜਾਣਕਾਰੀ ਤੱਕ ਪਹੁੰਚ ਨੂੰ ਸੀਮਿਤ ਕਰਦੀ ਹੈ, ਨਹੀਂ। ਕਹਿੰਦੇ ਮੇਕ ਲਰਨਿੰਗ ਲੈਸ ਅੰਗੇਜਿੰਗ, ਯਾਨੀ ਕਿ ਸਿੱਖਣ ਨੂੰ ਘੱਟ ਦਿਲਚਸਪ ਬਣਾਉਂਦੀ ਹੈ, ਨਹੀਂ। ਫਿਰ ਕਹਿੰਦੇ ਇਨਹਾਂਸ ਇੰਟਰੈਕਟਿਵ ਲਰਨਿੰਗ ਐਕਸਪੀਰੀਅੰਸ, ਹਾਂ ਇੰਟਰੈਕਟਿਵ ਲਰਨਿੰਗ ਐਕਸਪੀਰੀਅੰਸ ਜ਼ਰੂਰ ਹੁੰਦਾ ਹੈ, ਕਿਉਂਕਿ ਟੈਕਨੋਲੋਜੀ ਦੇ ਥਰੂ, ਹੁਣ ਮੰਨ ਲਓ ਤੁਸੀਂ PPT ਦੇ ਥਰੂ ਪੜ੍ਹ ਰਹੇ ਹੋ ਤਾਂ ਤੁਹਾਨੂੰ ਕੀ ਹੋਏਗਾ ਵੀ ਇੰਟਰੈਕਟਿਵ ਵੇ ਦੇ ਨਾਲ ਤੁਸੀਂ ਪੜ੍ਹ ਰਹੇ ਹੋ। ਤਾਂ ਟੈਕਨੋਲੋਜੀ ਨੂੰ ਯੂਜ਼ ਕਰਨਾ ਐਜੂਕੇਸ਼ਨ ਦੇ ਵਿੱਚ, ਤਾਂ ਕੀ ਆਏਗਾ, ਉਸ ਚੀਜ਼ ਨੂੰ ਇੰਟਰੈਕਟਿਵ ਬਣਾਉਣਾ। ਟੀਚਰ ਦੀ ਜ਼ਰੂਰਤ ਤਾਂ ਪਏਗੀ ਹੀ ਪਏਗੀ, ਭਾਵੇਂ ਤੁਸੀਂ ਲੱਖ ਟੈਕਨੋਲੋਜੀ ਲੈ ਆਓ। ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 8, ਵਿਚ ਲੈਵਲ ਆਫ ਐਜੂਕੇਸ਼ਨ ਕਮ ਆਫਟਰ ਪ੍ਰਾਇਮਰੀ ਐਜੂਕੇਸ਼ਨ। ਦੇਖੋ ਆਪਾਂ ਲੈਵਲ ਪੜ੍ਹ ਕੇ ਆਏ ਸੀਗੇ ਪਿੱਛੇ, ਤੁਹਾਨੂੰ ਦਿਖਾ ਦਿੰਦੀ ਹਾਂ ਮੈਂ ਵਾਪਸ। ਪ੍ਰਾਇਮਰੀ ਲੈਵਲ ਤੋਂ ਬਾਅਦ ਉਹਨਾਂ ਨੇ ਕਿਹੜਾ ਲੈਵਲ ਕਿਹਾ ਹੈ, ਤਾਂ ਇੱਥੇ ਲਿਖਿਆ ਸੈਕੰਡਰੀ ਐਜੂਕੇਸ਼ਨ। ਤਾਂ ਆਪਣਾ ਉੱਤਰ ਵੀ ਕੀ ਹੋਏਗਾ ਕੁਐਸਚਨ ਨੰਬਰ 8 ਦਾ, ਸੈਕੰਡਰੀ ਐਜੂਕੇਸ਼ਨ। ਯਾਨੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਐਜੂਕੇਸ਼ਨ ਲੈਵਲ ਦੇ ਵਿੱਚ ਪ੍ਰਾਇਮਰੀ ਲੈਵਲ ਤੋਂ ਬਾਅਦ ਕਿਹੜੀ ਐਜੂਕੇਸ਼ਨ ਆਉਂਦੀ ਹੈ, ਦੈਟ ਇਜ਼ ਸੈਕੰਡਰੀ ਐਜੂਕੇਸ਼ਨ। ਨੈਕਸਟ ਚਲਦੇ ਹਾਂ, ਵਟ ਇਜ਼ ਦਾ ਵਨ ਚੈਲੰਜ ਇਨ ਐਜੂਕੇਸ਼ਨ ਸੈਕਟਰ, ਕਿਹੜਾ ਐਜੂਕੇਸ਼ਨ ਸੈਕਟਰ ਦੇ ਵਿੱਚ ਇੱਕ ਚੈਲੰਜ ਹੈ। ਕਹਿੰਦੇ ਲਿਮਿਟਿਡ ਐਕਸੈਸ ਆਫ ਇਨਫੋਰਮੇਸ਼ਨ, ਲਿਮਿਟਿਡ ਜਿਹੜਾ ਇਨਫੋਰਮੇਸ਼ਨ ਨੂੰ ਰੱਖਣਾ, ਜਾਂ ਫਿਰ ਡਿਕਰੀਜ਼ ਦਾ ਗਲੋਬਲ ਕੋਲੈਬੋਰੇਸ਼ਨ ਨੂੰ ਜਿਹੜਾ ਹੈ ਘਟਾ ਦੇਣਾ, ਜਾਂ ਆਊਟਡੇਟਿਡ ਕਰੀਕੁਲਾ ਯਾਨੀ ਕਿ ਪੁਰਾਣਾ ਪਾਠਕ੍ਰਮ। ਅਤੇ ਉਸ ਤੋਂ ਬਾਅਦ ਕਹਿੰਦੇ ਆ ਓਵਰ ਐਮਫਸਾਈਜ਼ ਔਨ ਪ੍ਰੈਕਟੀਕਲ ਸਕਿੱਲ। ਤਾਂ ਇਹਦੇ ਵਿੱਚ ਕੀ ਹੈ ਵੀ ਇੱਕ ਜਿਹੜਾ ਵੱਡਾ ਚੈਲੰਜ ਹੈ ਸਿੱਖਿਆ ਦੇ ਖੇਤਰ ਦੇ ਵਿੱਚ, ਉਹ ਕੀ ਆ ਰਿਹਾ ਹੈ, ਪੁਰਾਣਾ ਪਾਠਕ੍ਰਮ ਆ ਰਿਹਾ ਹੈ ਕਿ ਪੁਰਾਣਾ ਸਿਲੇਬਸ ਹੀ ਹਾਲੇ ਤੱਕ ਚੱਲਿਆ ਜਾ ਰਿਹਾ ਹੈ, ਆਪਾਂ ਉਹਨੂੰ ਚੇਂਜ ਨਹੀਂ ਕੀਤਾ ਹੈ। ਨੈਕਸਟ ਆਉਂਦੇ ਹਾਂ, ਹਾਊ ਡਜ਼ ਐਜੂਕੇਸ਼ਨ ਕੰਟਰੀਬਿਊਟ ਟੂ ਇਕੋਨਮਿਕ ਡਿਵੈਲਪਮੈਂਟ, ਕਿਵੇਂ ਐਜੂਕੇਸ਼ਨ ਇਕੋਨਮਿਕ ਡਿਵੈਲਪਮੈਂਟ ਦੇ ਵਿੱਚ ਕੰਟਰੀਬਿਊਟ ਕਰੇਗੀ। ਬਾਈ ਪ੍ਰਮੋਟਿੰਗ ਇਨਇਕੁਐਲਿਟੀ, ਵੀ ਇਨਇਕੁਐਲਿਟੀ ਅਸਮਾਨਤਾ ਨੂੰ ਵਧਾ ਦੇਵੇ। ਫਿਰ ਕੰਟਰੀਬਿਊਟ ਤਾਂ ਕੀ ਕੀਤਾ ਹੈ ਨਾ, ਬਾਈ ਹੈਂਡਰਿੰਗ ਟੈਕਨੋਲੋਜੀ ਅਚੀਵਮੈਂਟ, ਤਕਨੀਕੀ ਦੀਆਂ ਜਿਹੜੀਆਂ ਰਾਹਾਂ ਨੇ ਉਹਨਾਂ ਦੇ ਵਿੱਚ ਕੀ ਕਰ ਦੇਵੇ, ਰੁਕਾਵਟਾਂ ਪਾ ਦੇਵੇ। ਬਾਈ ਐਨਕਰੇਜਿੰਗ ਲਾਈਫ ਲੌਂਗ ਲਰਨਿੰਗ, ਹਾਂ ਐਨਕਰੇਜ ਕਰ ਸਕਦੇ ਹਾਂ ਲਾਈਫ ਲੌਂਗ ਲਰਨਿੰਗ ਨੂੰ। ਫਿਰ ਕਹਿੰਦੇ ਇਨੋਵੇਸ਼ਨ ਅਤੇ ਪ੍ਰੋਡਕਟੀਵਿਟੀ ਨੂੰ ਵਧਾ ਦਿੱਤਾ ਜਾਵੇ। ਹਾਂ ਪਰ ਇੱਥੇ ਉਹਨੇ ਗੱਲ ਕੀਤੀ ਹੈ ਇਕੋਨਮਿਕ ਡਿਵੈਲਪਮੈਂਟ ਦੀ, ਤਾਂ ਲਾਈਫ ਲੌਂਗ ਲਰਨਿੰਗ ਨੂੰ ਆਪਾਂ ਛੱਡ ਕੇ ਅਗਰ ਆਪਾਂ ਆਪਸ਼ਨ 'ਤੇ ਜਾਵਾਂਗੇ ਡੀ, ਤਾਂ ਕੁਝ ਗਲਤ ਨਹੀਂ ਹੋਏਗਾ, ਕਿਉਂਕਿ ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਇਕੋਨਮਿਕਸ ਦੀ ਗੱਲ ਕਰ ਰਹੇ ਹਾਂ। ਤਾਂ ਹੈਵੀ ਆਪਸ਼ਨ ਜਿਹੜੀ ਬਣਦੀ ਹੈ ਦੈਟ ਇਜ਼ ਡੀ ਆਪਸ਼ਨ। ਨੈਕਸਟ ਚਲਦੇ ਹਾਂ ਕੁਐਸਚਨ ਨੰਬਰ 11 'ਤੇ, ਵਟ ਇਜ਼ ਦਾ ਸਿਗਨੀਫਿਕੈਂਟ ਬੈਨੀਫਿਟ ਆਫ ਅਰਲੀ ਚਾਈਲਡਹੁੱਡ ਐਜੂਕੇਸ਼ਨ ਔਨ ਸੋਸ਼ਲ ਡਿਵੈਲਪਮੈਂਟ। ਕਹਿੰਦੇ ਹੈ ਕਿ ਸਮਾਜਿਕ ਵਿਕਾਸ ਦੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਦਾ ਮਹੱਤਵਪੂਰਨ ਕੀ ਲਾਭ ਹੈ, ਯਾਨੀ ਕਿ ਜਿਹੜੀਆਂ ਸ਼ੁਰੂ ਦੇ ਟਾਈਮ ਦੇ ਉੱਤੇ ਆਪਾਂ ਬੱਚੇ ਨੂੰ ਐਜੂਕੇਸ਼ਨ ਦਿੰਦੇ ਹਾਂ, ਉਹਦਾ ਸੋਸ਼ਲ ਡਿਵੈਲਪਮੈਂਟ ਦੇ ਨਾਲ ਕੀ ਬੈਨੀਫਿਸ਼ੂਅਲ ਹੋਏਗਾ। ਇਨਕਰੀਜ਼ ਰਿਸਕ ਆਫ ਸੋਸ਼ਲ ਆਈਸੋਲੇਸ਼ਨ, ਕਹਿੰਦੇ ਆਈਸੋਲੇਸ਼ਨ ਸਮਾਜ ਤੋਂ ਅਲੱਗ ਹੋਣਾ ਬੱਚਾ ਸ਼ੁਰੂ ਹੋ ਜਾਏਗਾ, ਆਪਸ਼ਨ ਗਲਤ ਹੈ। ਰਿਡਿਊਸ ਇੰਪਥੀ ਟੂਵਰਡਸ ਅਦਰ, ਰਿਡਿਊਸ ਨਹੀਂ ਕਰਨੀ ਆਪਾਂ ਤਾਂ ਕੀ ਕਰਨੀ ਸੀਗੀ, ਵਧਾਣੀ ਹੈ। ਇਨਹਾਂਸ ਸੋਸ਼ਲ ਸਕਿੱਲਸ ਐਂਡ ਕੋਆਪਰੇਸ਼ਨ, ਹਾਂ ਇਹ ਜ਼ਰੂਰ ਹੋਏਗਾ ਕਿ ਵੀ ਆਪਾਂ ਜਿਹੜਾ ਸਮਾਜਿਕ ਕੁਸ਼ਲਤਾ ਹੈ ਅਤੇ ਕੋਆਪਰੇਸ਼ਨ ਦੇ ਵਿੱਚ ਕੀ ਹੋਏਗਾ, ਵਾਧਾ ਹੋਏਗਾ। ਫਿਰ ਕਹਿੰਦੇ ਡਿਕਰੀਜ਼ ਇੰਟਰਸਟ, ਡਿਕਰੀਜ਼ ਨਹੀਂ ਕਰਵਾਉਣਾ ਆਪਾਂ ਤਾਂ ਇਨਕਰੀਜ਼ ਕਰਵਾਉਂਦੇ ਹਾਂ ਸੋਸ਼ਲ ਡਿਵੈਲਪਮੈਂਟ ਦੇ ਵਿੱਚ। ਨੈਕਸਟ ਚਲਦੇ ਹਾਂ ਕੁਐਸਚਨ ਨੰਬਰ 12, ਕਹਿੰਦੇ ਨੋਨ ਫਾਰਮਲ ਐਜੂਕੇਸ਼ਨ ਕੀ ਹੁੰਦੀ ਹੈ। ਆਪਾਂ ਪਿੱਛੇ ਪੜ੍ਹ ਕੇ ਆਏ ਸੀਗੇ ਨੋਨ ਫਾਰਮਲ ਐਜੂਕੇਸ਼ਨ। ਨੋਨ ਫਾਰਮਲ ਐਜੂਕੇਸ਼ਨ ਕਿਹੜੀ ਹੁੰਦੀ ਹੈ, ਜਿਹੜੀ ਆਪਾਂ ਆਊਟਸਾਈਡ ਲੈਂਦੇ ਹਾਂ, ਯਾਨੀ ਕਿ ਸਕੂਲਸ ਦੇ ਵਿੱਚ ਜਾ ਕੇ ਨਹੀਂ ਲੈਂਦੇ। ਤਾਂ ਇਹ ਕੀ ਹੋ ਸਕਦੀ ਹੈ, ਸਪੈਸ਼ਲਾਈਜ਼ਡ ਵੋਕੇਸ਼ਨਲ ਟ੍ਰੇਨਿੰਗ ਹੋ ਸਕਦੀ ਹੈ, ਜਿਹੜੀ ਆਪਾਂ ਨੋਨ ਫਾਰਮਲ ਤਰੀਕੇ ਦੇ ਨਾਲ ਲੈਂਦੇ ਹਾਂ।
जिमें समझ लो कि किसी मिस्त्री को जाके आप जो मिस्त्री वाला काम सीखना वो की होएगा स्पैशलाइज्ड वोकेशनल ट्रेनिंग हो जाएगी। वोकेशनल एजुकेशन फोकस ऑन वोकेशनल जी एजुकेशन है वो किस चीज़ के उत्ते जोड़ा है फोकस करती है, जनरल नॉलेज ते या फिर अकैडमिक ते नहीं। कहते बच्चों को कॉलेज वास्ते प्रिपेयर कर दो, नहीं। कहते जॉब रिलेटिड जड़ियाँ स्किल्स नूं डिवेलप किया जाता है। बिल्कुल वोकेशनल एजुकेशन दे विच की किया जाता है, जॉब रिलेटिड स्किल्स नूं इंप्रूव किया जाता है। क्वेश्चन नंबर 14, हाउ डज इक्वैलिटी एजुकेशन कंट्रीब्यूट टू द रिड्यूस पावर्टी। कहते हैं क्वालिटी एजुकेशन किवें कंट्रीब्यूट करती है कि जी गरीबी है वो साडे देश चों निकल जाए। कहते सोशल इनइक्वालिटी नूं ले आओ, फिर कहते बच्चे उन्होंने डिपेंडेंसी बढ़ा दो सोशल के उत्ते, जे डिपेंडेंसी बढ़ावांगे तो फिर तो पॉवर्टी ज़्यादा बढ़ेगी, है ना। कहते बाय इंपावरिंग इंडिविजुअल विद बैटर जॉब परस्पैक्टिव, हरेक प्रत्येक व्यक्ति कल्ले कल्ले व्यक्ति को बेहतर नौकरी दी जाए तो की होएगा जी पॉवर्टी है उहदे नाल उहदे तो बचिया जा सकता है। तो उत्तर की आएगा बाय इंपावरिंग इंडिविजुअलाइज विद बेटर जॉब प्रस्पैक्टस। नैक्सट चलते हैं क्वेश्चन नंबर 15, वट इज़ द की बैनीफिट लाइफ लॉन्ग लर्निंग ऑफ इंडिविजुअल। व्यक्तियों लई जीवन भर सीखण दा मुख लाभ की है। कहते हैं स्टैगनेशन इन परसनल ग्रोथ, निजी विकास विच खड़ोत आ जाती है, नहीं खड़ोत नहीं आती सगों की होंदा है वाधा होंदा है। इंप्रूव अडैप्टेबिलिटी ऑफ चेंज, असी जिहड़ा बदलाव नूं स्वीकार करना शुरू कर दिंदे हाँ। बिल्कुल लिमिटेड करियर ऑप्शन नहीं है, लिमिटेड करियर ऑप्शन होंदियां ने। डिक्रीज कग्नेटिव एबिलिटी नहीं जी इनक्रीज होंदी है, तो ऑप्शन नंबर की आएगा बी ठीक आएगा। नैक्सट चलते हाँ क्वेश्चन नंबर 16 ते, विच एज ग्रुप प्राइमरी बेनीफिट फ्रॉम अर्ली चाइल्डहुड एजुकेशन। कहते बचपन की सिक्ख्या तो मुख्य तौर पर किहड़ी उम्र समूह नूं लाभ होंदा है। अडोलोसेंट, इन्फेंट एंड टोडलर्स, यंग अडल्ट और मिडल एज इंडिविजुअल्स। तो किन्हां नूं फायदा होंदा है, नियाणियां ते छोटे जवाकां नूं फायदा होंदा है जेकर आपां बच्चिआं नूं अर्ली चाइल्ड एजुकेशन प्रोवाइड करवांदे हाँ। क्वेश्चन नंबर 17, हाउ कैन टैक्नोलॉजी बी इफेक्टिवली इंटीग्रेटेड इनटू एजुकेशन। कहते सिक्ख्या विच टैक्नोलॉजी नूं प्रभावशाली ढंग नाल किवें जोड़िया जा सकता है। कहते टीचरां दी जगह ते कंप्यूटर ले आओ, नहीं। कहते फिर उस तो बाद बाय प्रोवाइडिंग डिसट्रैक्शन टू द स्टूडेंट, बच्चों को डिसट्रैक्ट कर दो, नहीं। बाय सप्लीमेंटरी ट्रेडिशनल टीचिंग मैथड, कहते परंपरागत विधि नूं जिहड़ा है ना की करो विधियां की पूर्ति कर दो, उन्होंने प्रोवाइड करवा दो, ठीक है। तो उस तो बाद बाय लिमिटेड एक्सैस ऑफ एजुकेशनल रिसोर्सिज, नहीं एजुकेशनल रिसोर्सिज तो बहुत ज़्यादा चाहिए है। इन्हों की करो जड़ियाँ सप्लीमेंटरी बाय सप्लीमेंटिंग ट्रेडिशनल टीचिंग मैथड, यानी कि उन्होंने नाल इन्हों जोड़ दो ताकि हो जाएगा फ़ायदा हो जाएगा टैक्नोलॉजी का एजुकेशन दे विच। कहते इंक्लूसिव एजुकेशन प्रमोट्स द इंटीग्रेशन ऑफ इंक्लूसिव एजुकेशन, यानी कि सम्मिलित सिक्ख्या विच एकीकरण नूं उत्साहित करता है। किस चीज़ नूं उत्साहित करता है, किवें करता है, ये वेखदे आ। कहते सिर्फ जिहड़े फिजिकल डिसेबिलिटी वाले स्टूडेंट्स ने उन्होंने, या फिर जिहड़े सिर्फ एफ्लुएंट फैमिलीज़ ने यानी कि अमीर परिवारां दे व्यक्ति बच्चे ने, या फिर जिहड़े डाइवर्स एबिलिटीज़ वाले ने उन्होंने मेन स्ट्रीम क्लासरूम च लैके आना। बिल्कुल सी ऑप्शन सही आएगी कि सारे अलग अलग प्रकार के बच्चों को की करना है, इको मेन स्ट्रीम के क्लासरूम्स विच लैके आना है। द प्राइमरी ऑब्जेक्ट ऑफ टाइटरी एजुकेशन, जिहड़ी मतलब तीजे दर्जे की एजुकेशन है उदा मेन मकसद की है। तीजे दर्जे की जिहड़ी एजुकेशन है उदा मेन मकसद है कि बच्चों को की किया जाए, प्राइमरी एजुकेशन वास्ते किया जाए, नहीं क्योंकि प्राइमरी एजुकेशन तो पहला हो गई, वोकेशनल वास्ते तैयार किया जाए, नहीं। ऑफर स्पैशलाइज्ड नॉलेज एंड एडवांस डिग्री, बिल्कुल ये की आता है भी आप उन्होंने स्पैशलाइज्ड नॉलेज देवांगे तो एडवांस डिग्रीज प्रोवाइड करवावांगे।
लास्ट क्वेश्चन, वट डज फॉर्मल एजुकेशन टिपिकली इनवॉल्व। कहते फॉर्मल एजुकेशन दे विच किहड़ियां चीज़ां नूं इनवॉल्व किया जाता है। कहते स्ट्रक्चर्ड सिटिंग लाइक स्कूल्स एंड यूनीवर्सिटी। आप पढ़ के आए सी फॉर्मल एजुकेशन च की हुंदा है भी जिवें आप स्कूल दे विच रैगूलर क्लासिस लगाने उन्हां नूं इनकलूड किया जाता है। तो इत्थे सीधी सीधी ऑप्शन अपने कोल ए पई सी, बाकी बी ते सी डी वेख लैंदे आ। कहते इनफॉर्मल लर्निंग, इनफॉर्मल लर्निंग फॉर्मल एजुकेशन च तां होनी नहीं। फिर कहते एंटरटेन करो तो नाले एक्टिविटीज़ मनोरंजक एक्टिविटीज़ करवाओ, नहीं ये भी नहीं होंदा फॉर्मल। फिर कहते फिजिकल एजुकेशन ट्रेनिंग नूं की कर दो, जिहड़ा सिर्फ वही प्रोवाइड करवा दो, नहीं वो भी नहीं होएगा। तो ऑप्शन नंबर ए की आएगा अपने को सही आएगा। ठीक है जी, उम्मीद करती हाँ तुहानूं ये वाली वीडियो पसंद आई होएगी। वीडियो पसंद आई होवे तो लाइक करियो, शेयर करियो, सबसक्राइब करियो चैनल नूं, ते बाकी बच्चों तक भी वीडियो पहुँचाइयो। तो जिन्होंने हाले तक सबसक्राइब नहीं किया ज़रूर कर लियो, क्योंकि हर एक कंटेंट जोड़ा है तो बड़े ही अच्छे ढंग नाल मैं 20 क्वेश्चनस के नाल प्रोवाइड करवाया। तो तुसी देख लो तुहाडे कोल लगभग 150 जोड़े हैं मार्क्स का पेपर आना है, तो मैं हर एक टॉपिक नूं कवर करने की पूरी कोशिश की है। ठीक है, तो उम्मीद करती हाँ तुहानूं सैशन पसंद आया होएगा। मिलते हैं नवी वीडियो के नाल। नवी वीडियो होएगी नवी वीडियो होएगी मीडिया एजुकेशनल एजेंसी एंड ऑर्गेनाइजेशन। ठीक है जी, थैंक यू सो मच। मीट यू सून विद न्यू वीडियो।